ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਜੋ ਆਪਾਂ ਸਾਰੇ ਗੁਰਮੁਖਾਂ ਨੂੰ ਰਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਨ ਦਾ ਸਮਾਂ ਬਖਸ਼ਿਆ। ਬੜੇ ਵੱਡੇ ਭਾਗਾਂ ਵਾਲੇ ਜੀਵ ਹਾਂ ਵਾਹਿਗੁਰੂ ਜੀ। ਆਪਾਂ ਸਾਰੇ ਇਸ ਤਪਦੇ ਹੋਏ ਕਲਯੁਗ ਦੇ ਵਿੱਚ, ਇਸ ਜਲਦੇ ਹੋਏ ਕਲਯੁਗ ਦੇ ਵਿੱਚ ਆਪਣੀ ਅਗਵਾਈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰ ਰਹੇ ਹਨ। ਜੋ ਗੁਰਬਾਣੀ ਗੁਰੂ ਦਾ ਉਪਦੇਸ਼ ਹੈ ਉਹ ਸਤਿਗੁਰੂ ਜੀ ਆਪਾਂ ਨੂੰ ਬੜੇ ਸਰਲ ਅੱਖਰਾਂ ਦੇ ਵਿੱਚ ਸੰਤਾਂ ਸਾਧੂਆਂ ਗੁਰਮੁਖਾਂ ਦੁਆਰਾ ਦ੍ਰਿੜ ਕਰਵਾ ਰਹੇ ਹਨ। ਗੁਰੂ ਸਾਹਿਬ ਗੁਰਬਾਣੀ ਵਿੱਚ ਫਰਮਾਨ ਕਰਦੇ ਹਨ, ਦੁਹਾਗਣੀ ਮਹਿਲ ਨਾ ਪਾਈਨੀ, ਨਾ ਜਾਣਨ ਪਿਰਕਾ ਸੁਆਓ। ਗੁਰਬਾਣੀ ਗੁਰੂ ਦੇ ਵਿੱਚ ਸੁਹਾਗਣ ਤੇ ਦੁਹਾਗਣ ਦਾ ਵਰਣਨ ਆਇਆ। ਵੱਖ-ਵੱਖ ਤਰੀਕਿਆਂ ਦੇ ਨਾਲ ਗੁਰਬਾਣੀ ਗੁਰੂ ਦੇ ਵਿੱਚ ਇਸ ਮਨ ਨੂੰ ਉਪਦੇਸ਼ ਦ੍ਰਿੜ ਕਰਵਾਇਆ ਗਿਆ ਵੀ ਕਿਸ ਤਰ੍ਹਾਂ ਇਹ ਤੂੰ ਮਾਲਕ ਤੋਂ ਵਿਛੜਿਆ ਤੇ ਕਿਸ ਰੂਪ ਹੋ ਕੇ ਵਿਛੜਿਆ। ਸੁਹਾਗਣ ਉਸ ਨੂੰ ਕਿਹਾ ਜਿਸ ਮਨ ਨੇ, ਜਿਸ ਜੀਵ ਰੂਪ ਇਸਤਰੀ ਨੇ ਆਪਣੇ ਪਤੀ ਪਰਮੇਸ਼ਰ ਦੇ ਨਾਲ, ਉਸ ਅਕਾਲ ਪੁਰਖ ਦੇ ਨਾਲ, ਉਸ ਪ੍ਰਕਾਸ਼ ਰੂਪੀ ਸਤਿਗੁਰ ਦੇ ਨਾਲ ਮਿਲਾਪ ਕਰ ਲਿਆ। ਤੇ ਦੁਹਾਗਣ ਉਸ ਨੂੰ ਕਿਹਾ ਜੋ ਸੰਸਾਰ ਦੇ ਵਿੱਚ ਅਕਾਲ ਪੁਰਖ ਆਪਣੇ ਪਤੀ ਪਰਮੇਸ਼ਰ ਨੂੰ ਭੁੱਲ ਕੇ ਸਾਰਾ ਦਿਨ ਸੰਸਾਰ ਦੇ ਵਿੱਚ ਮਾਇਆ ਦੇ ਵਿੱਚ ਹੋਈ ਗੁਲਤਾਨ ਆਪਣਾ ਜੀਵਨ ਬਤੀਤ ਕਰ ਰਹੀ ਆ, ਜੋ ਆਪਣੇ ਪਤੀ ਤੋਂ ਵਾਕੀ ਹੋ ਕੇ ਇਹ ਜੀਵਨ ਬਤੀਤ ਕਰ ਰਹੀ ਆ, ਉਸ ਨੂੰ ਦੁਹਾਗਣ ਕਿਹਾ। ਹੁਣ ਤੀਜੇ ਪਾਤਸ਼ਾਹ ਜੀ ਕਹਿੰਦੇ, ਦੁਹਾਗਣੀ ਮਹਿਲ ਨਾ ਪਾਈਨੀ, ਨਾ ਜਾਣਨ ਪਿਰਕਾ ਸੁਆਓ। ਕਹਿੰਦੇ ਉਹ ਦੁਹਾਗਣ ਉਸ ਮਹਿਲ ਬਾਰੇ ਕਿਵੇਂ ਦੱਸ ਸਕਦੀ ਆ, ਆਪਣੇ ਪਤੀ ਦੇ, ਅਕਾਲ ਪੁਰਖ ਦੇ ਉਸ ਸੱਚੇ ਮਹਿਲ ਬਾਰੇ ਵਰਣਨ ਕਿਵੇਂ ਕਰ ਸਕਦੀ ਆ ਜਦੋਂ ਤੱਕ ਉੱਥੇ ਪਹੁੰਚੀ ਹੀ ਨਹੀਂ। ਕਹਿੰਦੇ ਨਾ ਜਾਣਨ ਪਿਰਕਾ ਸੁਆਓ, ਤੇ ਉਹ ਨਾ ਉਸ ਸਵਾਦ ਨੂੰ, ਉਸ ਆਨੰਦ ਨੂੰ ਜਾਣਨ ਲੱਗੀ ਆ। ਉਹ ਦੁਹਾਗਣ ਹੋਈ ਜੀਵ ਰੂਪ ਇਸਤਰੀ ਉਸ ਮਹਿਲ ਨੂੰ ਪ੍ਰਾਪਤ ਨਹੀਂ ਹੋਈ ਜਿੱਥੇ ਉਸ ਦੇ ਪਤੀ ਦਾ ਵਾਸਾ ਸਦਾ ਲਈ, ਉਸ ਅਕਾਲ ਪੁਰਖ ਦਾ ਵਾਸਾ, ਉਸ ਪ੍ਰਕਾਸ਼ ਰੂਪੀ ਸਤਿਗੁਰੂ ਦਾ ਵਾਸਾ, ਉਸ ਮਹਿਲ ਬਾਰੇ ਉੱਥੇ ਗਈ ਨਹੀਂ। ਉਸ ਮਹਿਲ ਦੀ ਉਸ ਨੂੰ ਪਹਿਚਾਣ ਨਹੀਂ ਹੋਈ। ਤੇ ਨਾ ਜਾਣਨ ਪਿਰਕਾ ਸੁਆਓ, ਉਸ ਆਨੰਦ ਨੂੰ, ਉਸ ਰਸ ਨੂੰ ਉਹ ਕਿਵੇਂ ਬਿਆਨ ਕਰ ਸਕਦੀ ਆ। ਫਿਰ ਗੁਰੂ ਸਾਹਿਬ ਕਹਿੰਦੇ, ਫਿੱਕਾ ਬੁੱਲ ਹੈ ਨਾ ਨਿਵਹਿ, ਦੂਜਾ ਭਾਉ ਸੁਭਾਓ। ਉਹ ਆਪਣੇ ਪਤੀ ਤੋਂ, ਅਕਾਲ ਪੁਰਖ ਤੋਂ ਆਕੀ ਹੋ ਕੇ, ਆਪਣੇ ਪਤੀ ਦੀ ਆਗਿਆ ਤੋਂ ਆਕੀ ਹੋ ਕੇ ਉਹ ਸੰਸਾਰ ਦੇ ਵਿੱਚ ਇੱਕ ਦੂਜੇ ਜੀਵਾਂ ਦੇ ਨਾਲ ਫਿੱਕੇ ਬਚਨ ਬੋਲ ਰਹੀ ਆ। ਰਸਨਾ ਤੇ ਕ੍ਰੋਧ ਬੋਲ ਰਿਹਾ, ਰਸਨਾ ਤੇ ਕਾਮ ਬੋਲ ਰਿਹਾ, ਰਸਨਾ ਤੇ ਲੋਭ ਬੋਲ ਰਿਹਾ, ਰਸਨਾ ਤੇ ਹੰਕਾਰ ਬੋਲ ਰਿਹਾ। ਤੇ ਹਾਥੀ ਦੀ ਤਰ੍ਹਾਂ ਮੈਗਲ ਹੋਇਆ ਮਨ, ਹਉਮੈ ਦਾ ਪੜਦਾ ਪਿਆ ਹੋਇਆ ਇਸ ਮਨ ਦੇ ਉੱਤੇ ਆਪਣੇ ਪਤੀ ਅੱਗੇ, ਆਪਣੇ ਪ੍ਰਭੂ ਅੱਗੇ, ਉਸ ਅਕਾਲ ਪੁਰਖ ਅੱਗੇ ਸੀਸ ਨਹੀਂ ਨਿਵਾ ਰਿਹਾ। ਤੇ ਹੋਰ ਦੂਜਿਆਂ ਦੇ, ਆਪਣੇ ਪਤੀ ਨੂੰ ਭੁੱਲ ਕੇ, ਆਪਣੇ ਖਸਮ ਨੂੰ ਭੁੱਲ ਕੇ, ਹੋਰ ਦੂਜੇ ਮਾਇਆ ਦੇ ਵਿਚਾਰ, ਸਾਰਾ ਦਿਨ ਦੁਬਦਾ ਦੇ ਵਿਚਾਰ, ਇਹਨਾਂ ਦੇ ਵਿੱਚ ਹੀ ਆਨੰਦ ਮਾਣਨਾ ਚਾਹੁੰਦੀ, ਇਹਨਾਂ 'ਚ ਹੀ ਆਪਣੇ ਖਸਮ ਨੂੰ ਲੱਭਣਾ ਚਾਹੁੰਦੀ ਆ। ਪਰ ਇੱਥੇ ਇਸ ਦਾ ਖਸਮ ਨਹੀਂ। ਖਸਮ ਤਾਂ 3 ਗੁਣ ਤੋਂ ਉੱਪਰ ਸਾਡਾ।
ਇਸ ਮਨ ਦਾ ਖਸਮ, ਇਸ ਜੀਵ ਰੂਪੀ ਇਸਤੀ ਦਾ ਖਸਮ ਤਾਂ ਤ੍ਰੈ ਗੁਣ ਤੋਂ ਉੱਪਰ ਆ, ਮਾਇਆ ਤੋਂ ਨਰਹਿਤ ਆ, ਮਾਇਆ ਤੋਂ ਨਿਰੋਲ ਆ, ਮਾਇਆ ਤੋਂ ਤਾਂ ਇੱਕ ਪ੍ਰਕਾਸ਼ ਰੂਪੀ ਸਤਿਗੁਰ ਨੇ। ਫਿਰ ਗੁਰੂ ਸਾਹਿਬ ਕਹਿੰਦੇ ਇਹ ਮਨੁਆ ਕਿਉਂ ਕਰ ਵਸ ਆਵੈ। ਕਹਿੰਦੇ ਫਿਰ ਇਸ ਮਨ ਤੇ ਕਾਬੂ ਕਿਵੇਂ ਆ ਸਕਦਾ, ਇਹ ਮਨ ਰੋਕਿਆ ਕਿਵੇਂ ਜਾ ਸਕਦਾ। ਫਿਰ ਗੁਰੂ ਸਾਹਿਬ ਕਹਿੰਦੇ ਗੁਰ ਪ੍ਰਸਾਦੀ ਠਾਕੀ ਹੈ, ਗਿਆਨ ਮਤੀ ਘਰ ਆਵੈ। ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖੀਏ ਸਾਡੇ ਮਨ ਦੇ ਉੱਤੇ ਕਾਬੂ ਕਿਉਂ ਨਹੀਂ ਹੈਗਾ, ਸਾਡਾ ਮਨ ਸਾਡੇ ਵੱਸ ਕਿਉਂ ਨਹੀਂ ਆ ਰਿਹਾ। ਕਿਉਂਕਿ ਸੰਸਾਰ ਦੇ ਵਿੱਚ ਇਹ ਮਨ ਆਇਆ ਤਾਂ ਮਿਲਾਪ ਕਰਨ ਦੇ ਲਈ ਸੀ, ਉਸ ਅਕਾਲ ਪੁਰਖ ਦੀ ਪ੍ਰਾਪਤੀ ਦੇ ਲਈ ਆਇਆ ਸੀ। ਸੰਤਾਂ ਸਾਧੂਆਂ ਦੀ ਸੰਗਤ ਕਰਕੇ, ਗੁਰਬਾਣੀ ਗੁਰੂ ਦਾ ਉਪਦੇਸ਼ ਦ੍ਰਿੜ ਕਰਕੇ ਉਸ ਅਕਾਲ ਪੁਰਖ ਦੇ ਘਰ ਵਾਪਸ ਜਾਣਾ ਸੀ, ਇਹਨੇ ਆਪਣੇ ਪਤੀ ਕੋਲ ਜਾਣਾ ਸੀ ਸਦਾ ਲਈ। ਪਰ ਨਹੀਂ ਹੋਇਆ ਕਿ ਇਹ ਸੰਸਾਰ ਦੇ ਵਿੱਚ ਆ ਕੇ ਕਾਲ ਨੇ ਇਸ ਦੇ ਉੱਤੇ ਐਸਾ ਭਰਮ ਦਾ ਪਰਦਾ ਪਾਤਾ, ਉਹ ਸਾਰੀ ਉਸ ਖੇਡ ਨੂੰ ਭੁੱਲ ਗਿਆ। ਇਸ ਦਾ ਮਨ ਇਸ ਦੇ ਵੱਸ ਨਹੀਂ ਰਿਹਾ। ਤੇ ਮਨ ਵੱਸ ਕਿਉਂ ਨਹੀਂ ਹੈਗਾ? ਕਿਉਂਕਿ ਸਾਡੇ ਵਿਚਾਰ ਨਹੀਂ ਰੁਕ ਰਹੇ। ਵਿਚਾਰਾਂ ਕਰਕੇ ਸਾਡੇ ਮਨ ਨੂੰ ਮੈਲ ਲੱਗ ਚੁੱਕੀ ਆ। ਅਸੀਂ ਸੰਸਾਰੀ ਜੀਵ ਕੀ ਕਰਦੇ ਨੇ, ਅਸੀਂ ਤਨ ਦੀ ਭਗਤੀ ਤੇ ਜ਼ੋਰ ਦੇ ਰੱਖਿਆ। ਅੱਜ ਕੱਲ੍ਹ ਸੰਸਾਰ ਦੇ ਵਿੱਚ ਪਿੱਛੇ ਵੀ ਜੋ ਜਿਸ ਜੀਵ ਨੂੰ ਗਿਆਨ ਨਹੀਂ ਹੋਇਆ ਗੁਰਬਾਣੀ ਗੁਰੂ ਦਾ, ਉਹ ਕੀ ਕਰਦੇ ਨੇ, ਹਠ ਕਰਦੇ ਨੇ ਤੇ ਮਨ ਦੀ ਭਗਤੀ ਨਹੀਂ, ਤਨ ਦੀ ਭਗਤੀ ਲਈ ਹਠ ਕਰਦੇ ਨੇ। ਪਰ ਕਾਬੂ ਤਾਂ ਸਾਡੇ ਮਨ ਦੇ ਉੱਤੇ ਨਹੀਂ ਹੈਗਾ। ਤਨ ਨੂੰ ਇਸ਼ਨਾਨ ਕਰਵਾਉਣਾ, ਤਨ ਨੂੰ ਤੀਰਥਾਂ ਤੇ ਲੈ ਕੇ ਜਾਣਾ, ਤਨ ਨੂੰ ਸੰਗਤ ਕਰਵਾਉਣੀ ਤੇ ਤਨ ਨੂੰ ਪਹਾੜਾਂ 'ਚ ਲੈ ਕੇ ਚਲੇ ਜਾਣਾ, ਪਰਿਵਾਰ ਤੋਂ ਵੱਖ ਕਰ ਦੇਣਾ। ਕਹਿੰਦੇ ਇਹੋ ਮਨ ਵਸ ਨਾ ਆਵਈ, ਥੱਕੇ ਕਰਮ ਕਮਾਈ। ਕਹਿੰਦੇ ਜਿੰਨੇ ਮਰਜ਼ੀ ਕਰਮ ਕਾਂਡ ਕਰ ਲੋ, ਐਵੇਂ ਮਨ ਵਸ ਨਹੀਂ ਆਉਣਾ। ਭੇਖ ਧਾਰੀ ਭੇਖ ਕਰ ਥੱਕੇ, 68 ਤੀਰਥ ਨਾਏ। ਕਹਿੰਦੇ ਸਾਧੂਆਂ ਵਾਲੇ ਭੇਖ ਵੀ ਧਾਰ ਕਰਕੇ ਦੇਖ ਲਏ, ਭਗਵੇਂ ਬਸਤਰ ਪਾਲੇ, ਚਿੱਟੇ ਚੋਲੇ ਪਾਲੇ, ਵੱਖ-ਵੱਖ ਰੰਗਾਂ ਦੇ ਚੋਲੇ ਪਾਲੇ, ਵੱਖ-ਵੱਖ ਤਰ੍ਹਾਂ ਦੇ ਆਕਾਰ ਧਾਰ ਲਏ। ਕਹਿੰਦੇ ਪਰ ਮਨ ਵਸ ਨਹੀਂ ਆਇਆ। 68 ਤੀਰਥ ਨਾਏ, 68 ਤੀਰਥਾਂ ਦੇ ਜਾ ਕੇ ਇਸ਼ਨਾਨ ਵੀ ਕਰ ਲਿਆ, ਪਰ ਇਸ ਮਨ ਦੀ ਮੈਲ ਨਹੀਂ ਉਤਰੀ। ਕਿਉਂਕਿ ਗੁਰੂ ਪਿਆਰੋ, ਇਸ਼ਨਾਨ ਤਾਂ ਮਨ ਨੂੰ ਕਰਵਾਉਣਾ ਸੀ ਤੇ ਮਨ ਨੂੰ ਨਾਮ ਦਾ ਕੱਪੜਾ ਪਾਉਣਾ ਸੀਗਾ, ਉਹ ਆਪਾਂ ਪਵਾਇਆ ਨਹੀਂ। ਤੇ ਮਨ ਵਸ ਤਾਂ ਸਾਡੇ ਮਨ ਨਹੀਂ ਹੈਗਾ ਤੇ ਤਨ ਦੇ ਉੱਤੇ ਜ਼ੋਰ ਲਾਇਆ ਸੀ ਆਪਾਂ ਨੇ। ਤੇ ਹੁਣ ਆਪਾਂ ਗੁਰੂ ਸਾਹਿਬ ਆਪਾਂ ਨੂੰ ਕਹਿੰਦੇ ਨੇ ਇਹ ਮਨ ਫਿਰ ਵਸ ਕਿਵੇਂ ਆਵੇ। ਗੁਰੂ ਸਾਹਿਬ ਫਿਰ ਇੱਥੇ ਮਨ ਦੀ ਭਗਤੀ ਦੀ ਵਿਚਾਰ ਦੱਸਦੇ ਨੇ। ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੈ। ਕਹਿੰਦੇ ਗੁਰੂ ਦੀ ਕਿਰਪਾ ਦੁਆਰਾ ਇਸ ਨੂੰ ਠਾਕਿਆ ਜਾ ਸਕਦਾ, ਗਿਆਨ ਮਤੀ ਘਰ ਆਵੈ। ਸਭ ਤੋਂ ਪਹਿਲਾਂ ਤਾਂ ਸਾਡੇ ਮਨ ਨੂੰ ਆਪਣਾ ਭੇਤ ਲੈਣਾ ਪਏਗਾ ਸੰਗਤ ਦੇ ਵਿੱਚ ਆ ਕੇ। ਜੋ ਗੁਰਬਾਣੀ ਗੁਰੂ ਦਾ ਉਪਦੇਸ਼ ਹੈ, ਉਹ ਸਭ ਤੋਂ ਪਹਿਲਾਂ ਉਸ ਨੂੰ ਇਹ ਦ੍ਰਿੜ ਕਰਨਾ ਪਊਗਾ। ਇਸ ਨੂੰ ਗਿਆਨ ਲੈਣਾ ਪੈਣਾ ਵੀ ਮਨ ਕੌਣ ਆ, ਕਿੱਥੋਂ ਆਇਆ ਤੇ ਇਸ ਨੇ ਵਾਪਸ ਕਿੱਥੇ ਜਾਣਾ, ਇਸ ਦਾ ਪਤੀ ਕੌਣ ਆ, ਪਤੀ ਤੋਂ ਕਿਉਂ ਵਿਛੜੀ ਆ ਤੇ ਇਸ ਨੇ ਆਪਣੇ ਪਤੀ ਨਾਲ ਮਿਲਾਪ ਵੀ ਕਰਨਾ। ਤੇ ਫਿਰ ਜਦੋਂ ਆਪਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਦੇ ਨੇ, ਉਹ ਆਪਾਂ ਨੂੰ ਫਿਰ ਸੱਚੀ ਸੰਗਤ 'ਚ ਲੈ ਕੇ ਜਾਂਦੇ ਨੇ। ਕਹਿੰਦੇ ਪ੍ਰਭ ਕਿਰਪਾ ਤੇ ਮਨ ਵਸ ਆਇਆ, ਪ੍ਰਭ ਕਿਰਪਾ ਤੇ ਮਨ ਵਸ ਆਇਆ, ਨਾਨਕ ਗੁਰਮੁਖ ਤਰੀ ਤਿਨ ਮਾਇਆ। ਕਹਿੰਦੇ ਉਸ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਮਨ ਵਸ ਆ ਸਕਦਾ। ਗੁਰਬਾਣੀ ਦਾ ਫੈਸਲਾ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਮਨ ਸਾਡਾ ਉਦੋਂ ਹੀ ਵਸ ਆਊਗਾ ਜਦੋਂ ਸਾਡੇ ਉੱਤੇ ਅਕਾਲ ਪੁਰਖ ਵਾਹਿਗੁਰੂ ਪੂਰਨ ਕਿਰਪਾ ਕਰਨਗੇ, ਸਾਡੇ ਤੇ ਪਰਮੇਸ਼ਰ ਆਪ ਕਿਰਪਾ ਕਰੂਗਾ। ਹੁਣ ਪਰਮੇਸ਼ਰ ਦੀ ਕਿਰਪਾ ਹੈ ਕੀ ਹੈ ਵਾਹਿਗੁਰੂ ਜੀ, ਆਪਾਂ ਦੇਖੀਏ। ਸਭ ਤੋਂ ਵੱਡੀ ਪਰਮੇਸ਼ਰ ਦੀ ਕਿਰਪਾ ਤਾਂ ਸਾਡੇ ਉੱਤੇ, ਸਾਨੂੰ ਪਰਮੇਸ਼ਰ ਨੇ ਮਨੁੱਖਾ ਦੇਹੀ ਬਖਸ਼ੀ। 84 ਲੱਖ ਜੂਨਾਂ ਦੇ ਵਿੱਚੋਂ ਅਸੀਂ ਭਟਕਦੇ
ਬੇਨਤੀਆਂ ਕਰਦੇ, ਜੋ ਆਪਾਂ ਇੱਕ ਇੱਕ ਸਵਾਸ ਜੋੜੇ ਆ, ਉਹਨਾਂ ਬਦਲੇ ਆਪਾਂ ਨੂੰ ਇਹ ਮਨੁੱਖਾ ਦੇਹੀ ਮਿਲੀ। ਸਾਨੂੰ ਸਤਿਗੁਰਾਂ ਨੇ ਮਨੁੱਖਾ ਦੇਹੀ ਬਖਸ਼ੀ ਤੇ ਫਿਰ ਆਪਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਇਆ। ਜੋ ਸੰਤਾਂ ਭਗਤਾਂ ਗੁਰੂਆਂ ਸਤਿਗੁਰਾਂ ਨੇ ਆਪ ਅਕਾਲ ਪੁਰਖ ਦੀ ਪ੍ਰਾਪਤੀ ਕਰਕੇ, ਜੋ ਉਹਨਾਂ ਨੇ ਮੁਸ਼ਕਲਾਂ ਕਾਲ ਨੇ ਤਸ਼ੱਦਦ ਕੀਤੇ, ਮਾਇਆ ਨੇ ਅੜੀਕੇ ਡਾਏ, ਜਾਂ ਉਸ ਘਰ ਦੇ ਵਿੱਚ ਜਾ ਕੇ ਆਨੰਦ ਮਾਣਿਆ ਅਕਾਲ ਪੁਰਖ ਦੇ, ਉਸ ਪਤੀ ਪਰਮੇਸ਼ਰ ਦੇ ਜਾ ਕੇ ਘਰ ਦੇ ਵਿੱਚ, ਉਹ ਸਾਰਾ ਉਪਦੇਸ਼ ਸਾਨੂੰ ਬ੍ਰਹਮ ਦਾ ਗਿਆਨ, ਇੰਨਾ ਅਨਮੋਲ ਖਜ਼ਾਨਾ, ਜਿਸ ਖਜ਼ਾਨੇ ਪਿੱਛੇ ਲੱਖਾਂ ਸ਼ਹੀਦੀਆਂ ਹੋਈਆਂ, ਉਹ ਖਜ਼ਾਨਾ ਸਾਨੂੰ ਅੱਖਰਾਂ ਦੇ ਵਿੱਚ ਗੁਰੂ ਸਾਹਿਬ ਉਹਨਾਂ ਨੇ ਲਿਖ ਕੇ ਦੇ ਦਿੱਤਾ। ਹੁਣ ਆਪਾਂ ਇਸ ਖਜ਼ਾਨੇ ਨੂੰ ਖੋਜੀਏ। ਸਭ ਤੋਂ ਪਹਿਲਾਂ ਤਾਂ ਕਿਰਪਾ ਮਨੁੱਖਾ ਦੇ ਹੀ ਮਿਲੀ, ਫਿਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਗ ਹੋਇਆ, ਫਿਰ ਹੋਰ ਵੱਡੀ ਕਿਰਪਾ ਆਪਾਂ ਨੂੰ ਸੱਚੀ ਸੰਗਤ ਦੇ ਵਿੱਚ ਲੈ ਕੇ ਆਏ। ਸੰਗਤ ਕਿਹੜੀ? ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ, ਜਿੱਥੇ ਇੱਕ ਨਾਮ ਦੀ ਗੱਲ ਹੋ ਰਹੀ ਆ, ਜਿੱਥੇ ਕੋਈ ਦੋਦਾ ਨਹੀਂ ਸਿਖਾਈ ਜਾਂਦੀ, ਹਉਮੈ ਨਹੀਂ, ਨਿੰਦਿਆ ਨਹੀਂ, ਚੁਗਲੀ ਨਹੀਂ, ਸਿਰਫ ਨਾਮ ਦੀ ਗੱਲ, ਅਕਾਲ ਪੁਰਖ ਦੇ ਪ੍ਰਤੀ ਪਿਆਰ ਪਵਾਇਆ ਜਾਂਦਾ ਸਾਡਾ। ਉਸ ਸੰਗਤ ਦੇ ਵਿੱਚ ਆ ਕੇ ਸਾਨੂੰ ਉੱਥੇ ਜਾ ਕੇ ਸ਼ਬਦ ਦੀ ਕਮਾਈ ਕਰਵਾਈ ਜਾਂਦੀ ਆ। ਤੇ ਸਭ ਨਾਲੋਂ ਵੱਡੀ ਕਿਰਪਾ ਸਤਿਗੁਰੂ ਜੀ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਹੇ ਹਨ, ਕਿਉਂਕਿ ਸੰਸਾਰ ਦੇ ਵਿੱਚ ਸਭ ਨਾਲੋਂ ਕੀਮਤੀ ਚੀਜ਼ ਇੱਕ ਇੱਕ ਸਵਾਸ ਆ, ਜਿਹਦੀ ਕੋਈ ਕੀਮਤ ਨਹੀਂ। ਸੰਸਾਰ ਦੇ ਵਿੱਚ ਇੱਕ ਸਵਾਸ ਦੀ ਕੀਮਤ ਹੈ ਹੀ ਨਹੀਂ। ਲੋਕ ਛੱਡੋ, ਪ੍ਰਲੋਕ ਦਾ ਇਸ ਨੂੰ ਧਨ ਦੇ ਦਿਓ, ਲੋਕ ਦਾ ਸਾਰਾ ਰਾਜ ਬਣਾ ਦਿਓ, ਪ੍ਰਲੋਕ ਦਾ ਰਾਜਾ ਬਣਾ ਦਿਓ, ਪਰ ਇੱਕ ਸਵਾਸ ਨਹੀਂ ਦੇ ਸਕਦਾ ਅਕਾਲ ਪੁਰਖ ਤੋਂ ਬਿਨਾਂ ਇਸ ਨੂੰ ਕੋਈ ਵੀ। ਤੇ ਸਤਿਗੁਰੂ ਜੀ ਦਾ ਸਾਡੇ ਉੱਤੇ ਇੰਨਾ ਪਰਉਪਕਾਰ ਆ, ਉਹ ਆਪਾਂ ਨੂੰ ਸਾਸ ਦੇ ਕੇ, ਸਵਾਸ ਦੇ ਕੇ ਜਿੰਦਾ ਰੱਖ ਰਹੇ ਹਨ। ਆਪੇ ਕਰਤਾ ਕਰ ਕਰ ਵੇਖੈ ਦਿੰਦਾ ਸਾਸ ਗਰਾਹੇ, ਉਹ ਆਪਾਂ ਨੂੰ ਸਾਸ ਗਰਾਸ ਦੀ ਗਰਾਹੀ ਦੇ ਕੇ ਜਿੰਦਾ ਰੱਖ ਰਹੇ ਹਨ। ਸਾਡੇ ਤੇ ਪੂਰਨ ਕਿਰਪਾ ਹੁਣ, ਤੇ ਹੁਣ ਅਸੀਂ ਖੋਜੀਏ ਤੇ ਹੁਣ ਅਸੀਂ ਨਿਕਲ ਸਕਦੇ ਹਾਂ। ਹੁਣ ਸਾਰਾ ਆਪਾਂ ਨੂੰ ਉਪਦੇਸ਼ ਦੇ ਰਹੇ ਨੇ, ਸੱਚੀ ਸੰਗਤ ਦੇ ਵਿੱਚ ਲੈ ਕੇ ਆਏ, ਉਹਨਾਂ ਗੁਰਮੁਖਾਂ ਦਾ ਸੰਗ ਬਖਸ਼ਿਆ, ਜਿਹੜੇ ਗੁਰਮੁਖਾਂ ਨੇ ਸਭ ਤੋਂ ਪਹਿਲਾਂ ਤਾਂ ਸ਼ਬਦੀ ਕਮਾਈ ਦੁਆਰਾ ਆਪਣੇ ਮਨ ਨੂੰ ਮਾਰਿਆ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਉਹ ਗੁਰਮੁਖਾਂ ਨੇ ਸ਼ਬਦੀ ਕਮਾਈ ਕਰਕੇ ਆਪਣੇ ਮਨ ਨੂੰ ਖਤਮ ਕਰਤਾ, ਮਾਰ ਦਿੱਤਾ। ਸ਼ਬਦ ਦੁਆਰਾ ਮਾਰਿਆ ਮਤਲਬ ਵਿਚਾਰਾਂ ਤੋਂ ਰਹਿਤ ਕਰ ਦਿੱਤਾ। ਜਿਹੜੇ ਪੰਜਾਂ ਨੇ ਮਨ ਨੂੰ ਵਿਚਾਰ ਦੇ ਦੇ ਕੇ ਇਸ ਨੂੰ ਮਾਲਕ ਦੀ ਯਾਦ ਭੁਲਾ ਰੱਖੀ ਸੀਗੀ, ਇਸ ਨੂੰ ਅਕਾਲ ਪੁਰਖ ਦੇ ਰਸਤੇ ਉੱਤੇ ਚੱਲਣ ਤੋਂ ਰੋਕਦੇ ਸੀਗੇ, ਉਹਨਾਂ ਨੇ ਆਪ ਸੰਗਤ ਕਰਕੇ ਉਸ ਮਨ ਨੂੰ ਮਾਰ ਕੇ ਉਸ ਘਰ ਦੇ ਵਿੱਚ ਸਦਾ ਲਈ ਆਪਣੇ ਪਤੀ ਪਰਮੇਸ਼ਰ ਦੇ ਕੋਲ ਸਦਾ ਲਈ ਬਿਰਾਜਮਾਨ ਹੋ ਗਏ, ਸਦਾ ਲਈ ਉਸ ਦੇ ਨਾਲ ਮਿਲਾਪ ਕਰ ਚੁੱਕੇ ਨੇ ਉਹ। ਫਿਰ ਗੁਰੂ ਸਾਹਿਬ ਆਪਾਂ ਨੂੰ ਉਹ ਗੁਰਮੁਖਾਂ ਦੀ ਸੰਗਤ ਬਖਸ਼ਦੇ ਹਨ। ਹੁਣ ਗੁਰਮੁਖ ਪਿਆਰਿਓ, ਪ੍ਰਭ ਕਿਰਪਾ ਤੇ ਮਨ ਵਸ ਆਇਆ, ਨਾਨਕ ਗੁਰਮੁਖ ਤਰੀ ਤਿਨ ਮਾਇਆ। ਫਿਰ ਉਹ ਉਪਦੇਸ਼ ਆਪਾਂ ਨੂੰ ਕਰਦੇ ਨੇ ਸੰਸਾਰ ਦੇ ਵਿੱਚ ਤ੍ਰੈ ਗੁਣ ਤੋਂ ਉੱਪਰ ਉੱਠਣ ਦੇ ਲਈ। ਵੀ ਗੁਰਮੁਖ ਪਿਆਰਿਓ, ਤੁਸੀਂ ਸਭ ਤੋਂ ਪਹਿਲਾਂ ਤ੍ਰੈ ਗੁਣ ਨੂੰ ਛੱਡਣਾ ਸਿੱਖੋ। ਤ੍ਰੈ ਗੁਣ ਹੈ ਕੀ ਆ? ਤਮ ਗੁਣ, ਰਜਗੁਣ, ਸਤਗੁਣ ਕਹੀਆ, ਇਹ ਤੇਰੀ ਸਭ ਮਾਇਆ। ਇਹ ਮਾਇਆ ਤੋਂ ਤੁਸੀਂ ਨਿਰਲੇਪ ਹੋਵੋ। ਜੇਕਰ ਤੁਸੀਂ ਮਾਇਆ ਦੇ ਵਿੱਚ ਰਹਿ ਕੇ ਭਗਤੀ ਕਰੋਗੇ, ਇੱਥੇ ਤਾਂ ਭਗਤੀ ਹੈ ਹੀ ਨਹੀਂ। ਜੇਕਰ ਤੁਸੀਂ ਮਾਇਆ ਦੇ ਵਿੱਚ ਰਹਿ ਕੇ ਭਗਤੀ ਕਰੋਗੇ ਤੇ ਤੁਸੀਂ ਤਨ ਦੀ ਭਗਤੀ ਕਰੋਗੇ, ਤੁਹਾਡਾ ਮਨ ਤੁਹਾਡੇ ਵੱਸ ਨਹੀਂ ਆਉਣਾ। ਗੁਰੂ ਸਾਹਿਬ ਨੇ ਕਿਹਾ ਨਾ, ਗੁਰੂ ਪ੍ਰਸਾਦੀ ਠਾਕੀਏ ਗਿਆਨ ਮਤੀ ਘਰੇ ਆਵੇ। ਵੀ ਇਹ ਗੁਰੂ ਦੀ ਕਿਰਪਾ ਦੁਆਰਾ ਠਾਕਿਆ ਜਾਣਾ, ਤੇ ਬ੍ਰਹਮ ਦਾ ਗਿਆਨ ਲੈ ਕੇ, ਇਸ ਨੂੰ ਆਪਣੇ ਮਨ ਦਾ ਭੇਤ ਲੈ ਕੇ, ਵੀ ਇਸ ਮਨ ਦੇ ਅੰਦਰ, ਇਸ ਮਨ ਨੂੰ ਵਿਚਾਰ ਕੌਣ ਦੇ ਰਿਹਾ, ਇਸ ਮਨ ਦਾ ਸਾਡੇ ਉੱਤੇ ਕਾਬੂ ਕਿਉਂ ਨਹੀਂ ਹੈਗਾ? ਕਿਉਂਕਿ ਮਨ ਵਿਚਾਰ ਨਹੀਂ ਛੱਡ ਰਿਹਾ, ਤੇ ਮਨ ਦੇ 5 ਵੈਰੀ ਬਣ ਚੁੱਕੇ ਨੇ। ਵੈਰੀ ਕੌਣ ਨੇ? ਗੁਰੂ ਸਾਹਿਬ ਗੁਰਬਾਣੀ 'ਚ ਫਰਮਾਨ ਕਰਦੇ ਨੇ, ਇਸ ਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੁੱਝੈ, ਕੋਈ ਨਾ ਸੁਣੈ ਪੁਕਾਰਾ, ਬਾਜ ਗੁਰੂ ਗੁਬਾਰਾ। ਇਸ ਦੀ ਕੋਈ ਪੁਕਾਰ ਹੀ ਨਹੀਂ ਸੁਣ ਰਿਹਾ। ਸਭ ਤੋਂ ਪਹਿਲਾਂ ਇਸ ਦੇਹੀ ਦਾ ਭੇਤ ਲਈਏ ਵੀ ਆਪਣੇ ਅੰਦਰ 5 ਚੋਰ ਵੀ ਵਸ ਰਹੇ ਨੇ, ਕਾਮ ਕ੍ਰੋਧ ਲੋਭ ਹੰਕਾਰ, ਜੋ ਸਾਡੇ ਮਨ ਦੀ ਖੁਰਾਕ ਲੁੱਟ ਰਹੇ ਨੇ। ਅੰਮ੍ਰਿਤ ਰਸ ਵਾਹਿਗੁਰੂ ਜੀ, ਜੋ ਆਪਾਂ ਨੂੰ ਕਦੇ ਵੀ ਨਹੀਂ ਆਈ। ਤੇ ਇਹਨਾਂ ਨੂੰ ਮਾਰਨ ਦਾ ਤਰੀਕਾ ਗੁਰਮੰਤਰ।
ਗੁਰਮੰਤਰ ਤੋਂ ਬਿਨਾਂ ਇਹ ਵਾਹਿਗੁਰੂ ਜੀ ਸਾਡੇ ਵਸ ਨਹੀਂ ਆਉਣਾ ਮਨ। ਜੇਕਰ ਅਸੀਂ ਸ਼ਬਦ ਦੀ ਕਮਾਈ ਨਹੀਂ ਕਰਾਂਗੇ, ਸਭ ਤੋਂ ਪਹਿਲਾਂ ਦੇਖੋ ਗੁਰੂ ਦੀ ਕਿਰਪਾ ਹੋਊਗੀ, ਫਿਰ ਅਸੀਂ ਸੰਗਤ ਦੇ ਵਿੱਚ ਆ ਕੇ ਬ੍ਰਹਮ ਦੇ ਗਿਆਨ ਦੁਆਰਾ ਸਾਡੇ ਮਨ ਨੂੰ ਰੋਕਿਆ ਜਾਊਗਾ, ਫਿਰ ਅਸੀਂ ਸ਼ਬਦ ਦੀ ਕਮਾਈ ਕਰਾਂਗੇ। ਤੇ ਸ਼ਬਦ ਦੀ ਕਮਾਈ ਸਾਨੂੰ ਕਰਨੀ ਹੀ ਪੈਣੀ ਹੈ, ਬਹੁਤ ਜ਼ਰੂਰੀ ਆ। ਜੇਕਰ ਅਸੀਂ ਗੁਰਮੰਤਰ ਦੀ ਕਮਾਈ ਨਹੀਂ ਕਰਦੇ, ਉਸ ਸਾਸ ਗਰਾਸ ਆਪਣੀ ਆਵਾਜ਼ ਦੇ ਵਿੱਚ, ਧੁਨ ਦੇ ਵਿੱਚ ਧਿਆਨ ਰੱਖ ਕੇ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ, ਤੇ ਇਹ ਮਨ ਸਾਡੇ ਵੱਸ ਨਹੀਂ ਆਉਣਾ ਵਾਹਿਗੁਰੂ ਜੀ। ਆਪਾਂ ਨੂੰ ਸਿਮਰਨ ਕਰਨਾ ਹੀ ਪੈਣਾ, ਕਰਨਾ ਹੀ ਪੈਣਾ। ਸਾਸ ਗਰਾਸ ਸਦਾ ਮਨ ਵਸੈ, ਜਮ ਜੋਹੇ ਨਾ ਸਕੈ ਤਿਸ। ਕਹਿੰਦੇ ਜੇਕਰ ਅਸੀਂ ਸਾਸ ਗਰਾਸ ਅਭਿਆਸ ਕਰਾਂਗੇ ਤਾਂ ਜਿਹੜੇ ਪੰਜ ਨੇ, ਇਹ ਚੋਰ ਨੇ, ਇਹ ਜਾਮਾਂ ਦਾ ਰੂਪ ਧਾਰਨ ਕੀਤਾ ਹੋਇਆ ਇਹਨਾਂ ਪੰਜਾਂ ਨੇ, ਸਾਡੇ ਮਨ ਦੇ ਉੱਤੇ ਕਾਬੂ ਨਹੀਂ ਆਉਣ ਦਿੰਦੇ। ਇਹ ਫਿਰ ਸਾਸ ਗਰਾਸ ਅਭਿਆਸ ਦੇ ਨਾਲ ਦੂਰ ਭੱਜ ਜਾਂਦੇ ਨੇ। ਦੂਰੋਂ ਭੱਗ ਹੈ, ਇੱਕ ਗੁਰਬਾਣੀ ਸ਼ਬਦ ਵੀ ਆਉਂਦਾ, ਦੂਰੋਂ ਭੱਗ ਹੈ ਮਨ ਹਰਜੀਓ, ਐਵੇਂ ਇੱਕ ਸ਼ਬਦ ਆਉਂਦਾ ਵੀ ਸ਼ਬਦ ਦੀ ਕਮਾਈ ਦੁਆਰਾ ਫਿਰ ਦੂਰ ਚਲੇ ਜਾਂਦੇ ਨੇ। ਸਾਡੇ ਮਨ ਨੂੰ ਆਸਰਾ ਮਿਲ ਜਾਂਦਾ ਵਾਹਿਗੁਰੂ ਜੀ, ਸਭ ਨਾਲੋਂ ਵੱਡੀ ਗੱਲ। ਇਸ ਕਰਕੇ ਆਪਾਂ ਨੇ ਮਨ ਦੇ ਉੱਤੇ ਕਾਬੂ ਪਾਉਣ ਦੇ ਲਈ ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੇ ਚਿਤਾਰ ਚਰਨ ਸਰਣ ਭੰਜ ਸੰਗ ਸਾਧੂ ਭੱਜ ਸੰਗ ਸਾਧੂ ਭਵ ਸਾਗਰ ਉਤਰ ਹੈ ਪਾਰ। ਹੁਣ ਗੁਰੂ ਸਾਹਿਬ ਨੇ ਆਪਾਂ ਨੂੰ ਦੱਸ ਦਿੱਤਾ ਵੀ ਉੱਠਦੇ ਆਂ, ਬਹਿੰਦੇ ਆਂ, ਸੌਂਦੇ ਆਂ, ਤੁਰਦੇ ਆਂ, ਤੁਸੀਂ ਗੁਰਮੰਤਰ ਦਾ ਅਭਿਆਸ ਨਹੀਂ ਛੱਡਣਾ। ਜੇਕਰ ਅਸੀਂ ਸ਼ਬਦ ਦੀ ਕਮਾਈ ਨਹੀਂ ਕਰਾਂਗੇ, ਕਿਉਂਕਿ ਸ਼ਬਦ ਦੀ ਕਮਾਈ ਮਨ ਨੂੰ ਰੋਕ ਸਕਦੀ ਆ। ਇਹਨਾਂ ਵਿਚਾਰਾਂ ਨੂੰ ਮਾਰਨ ਦਾ ਤਰੀਕਾ ਇੱਕ ਹੀ ਆ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾ ਆਵੇ। ਜੇਕਰ ਅਸੀਂ ਵਿਚਾਰ ਖਤਮ ਕਰ ਲਿਆ, ਆਪਣੇ ਵਿਚਾਰਾਂ ਨੂੰ ਮਾਰਨਾ ਸਿੱਖ ਲਿਆ, ਅਸੀਂ ਜੁਨਾਂ ਦੇ ਵਿੱਚ ਨਹੀਂ ਆਵਾਂਗੇ। ਇਹ ਗੁਰਬਾਣੀ ਗੁਰੂ ਦਾ ਫੈਸਲਾ ਹੈ, ਗੁਰਬਾਣੀ ਗੁਰੂ ਮੋਹਰ ਲਾ ਰਹੇ ਨੇ ਇਸ ਦੇ ਉੱਤੇ। ਇਸ ਕਰਕੇ ਮਨ ਨੂੰ ਰੋਕਣ ਦੇ ਲਈ, ਇਸ ਦੇ ਸਫ਼ਰ ਨੂੰ ਖਤਮ ਕਰਨ ਦੇ ਲਈ, ਜੋ ਜੁਨਾਂ ਦੇ ਵਿੱਚ ਸਫ਼ਰ ਕਰ ਰਿਹਾ, ਇਸ ਨੂੰ ਜਨਮ ਮਰਨ ਤੋਂ ਰਹਿਤ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਤਾਂ ਸ਼ਬਦ ਦਾ ਆਸਰਾ ਦੇਣਾ ਪੈਣਾ ਵਾਹਿਗੁਰੂ ਜੀ। ਹੁਣ ਦੇਖੋ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਆ, ਕਿਸੇ ਵੀ ਚੀਜ਼ ਨੂੰ ਰੋਕਣ ਲਈ, ਮੰਨ ਲਓ ਅਸੀਂ ਕੋਈ ਵੀ ਚੀਜ਼ ਇੱਕ ਪਾਸੋਂ ਪੁੱਟ ਕੇ ਦੂਜੇ ਪਾਸੇ ਲਾਣੀ ਆ, ਉਹਨੂੰ ਕਿਸੇ ਦਾ ਆਸਰਾ ਤਾਂ ਦੇਣਾ ਹੀ ਪੈਣਾ ਨਾ, ਕਿਸੇ ਆਸਰੇ ਤਾਂ ਖੜੂਗੀ ਚੀਜ਼। ਜੇਕਰ ਅਸੀਂ ਉਹਨੂੰ ਆਸਰਾ ਨਹੀਂ ਦੇਵਾਂਗੇ ਤਾਂ ਫਿਰ ਚੀਜ਼ ਰੁਕੂਗੀ ਨਹੀਂ। ਹੁਣ ਤਾਂ ਮਨ ਨੂੰ ਆਸਰਾ ਹੈ ਮਾਇਆ ਦਾ, ਉਹ ਮਾਇਆ ਦੇ ਆਸਰੇ ਨਾਲ ਚੱਲ ਰਿਹਾ, ਮਾਇਆ ਨੇ ਉਸਨੂੰ ਰੋਕ ਰੱਖਿਆ, ਤੇ ਪਰ ਉਸ ਦੇ ਵਿੱਚ ਸੁੱਖ ਨਹੀਂ ਹੈਗਾ। ਇਹ ਮਨ ਇਹ ਚੀਜ਼ ਭੁੱਲ ਗਿਆ ਵੀ ਮਾਇਆ ਦੇ ਵਿੱਚ ਤਾਂ ਸੁੱਖ ਹੈ ਹੀ ਨਹੀਂ। ਵੀ ਜੇਕਰ ਤੂੰ ਮਾਇਆ ਦੇ ਵਿੱਚ ਜੀਵਨ ਬਤੀਤ ਕਰੇਗਾ, ਤੂੰ ਆਪਣੇ ਪਤੀ ਨਾਲ ਮਿਲਾਪ ਨਹੀਂ ਕਰ ਸਕੇਗਾ। ਫਿਰ ਸਾਨੂੰ ਸੰਗਤ ਦੇ ਵਿੱਚ ਆ ਕੇ ਪਤਾ ਲੱਗਦਾ, ਫਿਰ ਸਾਨੂੰ ਉੱਥੇ ਆ ਕੇ ਗੁਰਬਾਣੀ ਗੁਰੂ ਦਾ ਭੇਤ ਗੁਰਮੁਖ ਦੱਸਦੇ ਨੇ ਵੀ ਇਸ ਨੂੰ ਰੋਕਣ ਦੇ ਲਈ, ਜਿਸ ਤਰ੍ਹਾਂ ਜਿਉ ਮੰਦਰ ਕੋ ਥੰਮੈ ਥੰਮਣ, ਕਿਸੇ ਮੰਦਰ ਨੂੰ, ਕਿਸੇ ਮਹਿਲ ਨੂੰ ਰੋਕਣ ਦੇ ਲਈ ਪਿਲਰਾਂ ਦੀ, ਥੰਮਾਂ ਦੀ ਲੋੜ ਪੈਂਦੀ ਹੈ ਨਾ, ਤਿਉਂ ਗੁਰੂ ਕਾ ਸ਼ਬਦ ਮਨਹਿ ਅਸਥੰਮਣ। ਇਸ ਤਰ੍ਹਾਂ ਗੁਰੂ ਦਾ ਸ਼ਬਦ ਇਸ ਮਨ ਨੂੰ ਰੋਕਦਾ, ਫਿਰ ਆਸਰਾ ਦਿੰਦਾ। ਇਸ ਮਨ ਨੂੰ ਰੋਕਣ ਦੇ ਲਈ ਫਿਰ ਸ਼ਬਦ ਸਾਡਾ ਆਸਰਾ ਬਣਦਾ। ਹੁਣ ਅਸੀਂ ਗੁਰਮੁਖ ਪਿਆਰਿਓ ਵੱਧੋ ਵੱਧ ਸ਼ਬਦ ਦੀ ਕਮਾਈ ਕਰਨੀ ਆ, ਅਸੀਂ ਸ਼ਬਦ ਨਾਲ ਜੁੜਨਾ। ਜਿਸ ਤਰ੍ਹਾਂ ਅਸੀਂ ਦੇਖੋ ਕਮਾਈ ਤਾਂ ਵਾਹਿਗੁਰੂ ਜੀ ਕਰਨੀ ਪੈਣੀ ਆ। ਜਿਸ ਤਰ੍ਹਾਂ ਆਪਾਂ ਰੋਟੀ ਖਾਂਦੇ ਹਾਂ 2 ਟਾਈਮ, ਰੋਟੀ ਬਿਨਾਂ ਆਪਣਾ ਸਰਦਾ ਨਹੀਂ ਨਾ। ਤੇ ਰਿਸ਼ਤੇਦਾਰੀ ਵੀ ਨਿਭਾਉਂਦੇ ਹਾਂ, ਆਪਾਂ ਗ੍ਰਸਤ ਵੀ ਨਿਭਾਉਂਦੇ ਹਾਂ, ਸਵੇਰੇ ਸ਼ਾਮ ਰੋਟੀ, ਦੁਪਹਿਰੇ ਵੀ ਪ੍ਰਸ਼ਾਦਾ ਛਕਦੇ ਹਾਂ, ਪਾਣੀ ਬਿਨਾਂ ਸਾਡਾ ਸਰਦਾ ਨਹੀਂ। ਇਸ ਤਰ੍ਹਾਂ ਵਾਹਿਗੁਰੂ ਜੀ ਜਿਹੜਾ ਮਨ ਅਕਾਲ ਪੁਰਖ ਤੋਂ ਵਿਛੜ ਗਿਆ ਨਾ, ਜੇਕਰ ਅਸੀਂ ਚਾਹੁੰਦੇ ਵੀ ਹਾਂ ਵੀ ਸਾਡਾ ਮਿਲਾਪ ਹੋਵੇ ਸਤਿਗੁਰਾਂ ਦੇ ਨਾਲ, ਅਸੀਂ ਮਾਇਆ ਨੂੰ ਛੱਡਣਾ ਚਾਹੁੰਦੇ ਹਾਂ, ਸਾਡੇ ਮਨ 'ਚ ਇੱਕ ਉੱਦਮ ਹੋਵੇ, ਜੇ ਅਸੀਂ ਉੱਦਮ ਹੀ ਨਾ ਕਰਾਂਗੇ ਫਿਰ ਸਾਡਾ ਮਿਲਾਪ ਨਹੀਂ ਹੋਣਾ। ਉੱਦਮ ਤਾਂ ਸਾਨੂੰ ਕਰਨਾ ਪੈਣਾ ਵਾਹਿਗੁਰੂ ਜੀ। ਉੱਦਮ ਕਰਿੰਦਿਆਂ ਜੀਓ ਕਮਾਵਦਿਆਂ ਸੁੱਖ ਪਹੁੰਚ। ਜੇ ਅਸੀਂ ਉੱਦਮ ਕਰਾਂਗੇ ਤਾਂ ਹੀ ਸਾਨੂੰ ਸੁੱਖ ਪ੍ਰਾਪਤ ਹੋਊਗਾ ਨਾ। ਜੇ ਅਸੀਂ ਉੱਦਮ ਹੀ ਨਹੀਂ ਕਰਾਂਗੇ ਤੇ ਮਾਲਕ ਆਪਣੇ ਆਪ ਥੋੜ੍ਹੀ ਕਹੂਗਾ ਆ ਜਾ ਬੇਟਾ ਤੈਨੂੰ ਮੈਂ ਘਰ ਲੈ ਚੱਲਾਂ ਆਪਣੇ। ਨਾ ਨਾ ਨਾ, ਉਹ ਵੀ ਸਾਨੂੰ ਸ਼ਬਦ ਦੀ ਕਮਾਈ ਕਰਵਾਊਗਾ। ਸੰਗਤ ਦੇ ਵਿੱਚ ਉਪਦੇਸ਼ ਦ੍ਰਿੜ ਕਰਵਾ ਕੇ ਸਾਨੂੰ ਸੰਗਤ ਦੇ ਵਿੱਚ ਸ਼ਬਦ ਨਾਲ ਜੋੜਿਆ ਜਾਊਗਾ, ਤੇ ਫਿਰ ਉਸ ਸ਼ਬਦ ਨਾਲ ਜੁੜ ਕੇ ਅਸੀਂ ਘਰੇ ਆ ਕੇ ਉਸ ਸ਼ਬਦ ਦੀ ਕਮਾਈ ਕਰਨੀ ਹੁੰਦੀ ਆ। ਜੇਕਰ ਅਸੀਂ ਕਮਾਈ ਨਹੀਂ ਕਰਾਂਗੇ ਫਿਰ ਸਾਡਾ ਪਾਰ ਉਤਾਰਾ ਨਹੀਂ ਹੋਣਾ ਵਾਹਿਗੁਰੂ ਜੀ। ਇਸ ਕਰਕੇ ਆਪਾਂ ਵੱਧੋ ਵੱਧ ਗੁਰਮੰਤਰ ਦਾ ਅਭਿਆਸ ਕਰਨਾ, ਇਹ ਕਰਨਾ ਹੀ ਪੈਣਾ। ਜਿਸ ਤਰ੍ਹਾਂ ਆਪਾਂ ਪਹਿਲਾਂ ਵਿਚਾਰ ਕੀਤੇ ਰੋਟੀ ਵੀ ਆਪਾਂ 2-3 ਟਾਈਮ ਖਾਂਦੇ ਹਾਂ ਨਾ, ਇਸ ਤਰ੍ਹਾਂ ਗੁਰਮੰਤਰ ਨੂੰ ਵੀ ਆਪਣੇ ਸਰੀਰ ਦਾ ਹਿੱਸਾ ਬਣਾ ਲਓ।
ਵੀ ਇਸ ਤੋਂ ਬਿਨਾ ਸਾਡਾ ਛੁਟਕਾਰਾ ਨਹੀਂ ਹੋਣਾ, ਉਸ ਦੇ ਬਿਨਾ ਸਾਡਾ ਮਨ ਸੁਹਾਗਣ ਨਹੀਂ ਬਣ ਸਕਦਾ, ਸਾਡਾ ਮਨ ਦੇ ਉੱਤੇ ਕਾਬੂ ਨਹੀਂ ਆ ਸਕਦਾ। ਜਿੰਨੇ ਮਰਜ਼ੀ ਅਸੀਂ ਭੇਖ ਕਰ ਲਈਏ, ਹੱਠ ਕਰ ਦੇਖ ਲਈਏ, ਸੰਸਾਰ ਦੇ ਵਿੱਚ ਸੰਸਾਰੀ ਜੀਵਾਂ ਨੂੰ ਕਿੰਨਾ ਸਮਾਂ ਹੋ ਗਿਆ ਗੁਰਦੁਆਰੇ, ਮੰਦਿਰ, ਮਸਜਿਦਾਂ ਵਿੱਚ ਜਾਂਦੇ ਆ, ਪਰ ਮਨ ਦੇ ਉੱਤੇ ਕਾਬੂ ਨਹੀਂ ਪਿਆ, ਕਿਉਂਕਿ ਮਨ ਦੇ ਨਾਲ ਅਕਾਲ ਪੁਰਖ ਦੀ ਪ੍ਰੀਤੀ ਨਹੀਂ ਜੁੜੀ, ਉਸ ਪਿਆਰ ਦੀ ਗੰਢ ਨਹੀਂ ਪਈ, ਆਪਣੇ ਪਤੀ ਦਾ ਮਿਲਾਪ ਨਹੀਂ ਹੋਇਆ ਉਸ। ਤੇ ਇਸ ਕਰਕੇ ਆਪਾਂ ਹੁਣ ਵਾਹਿਗੁਰੂ ਜੀ ਵੱਧ ਵੱਧ ਸ਼ਬਦ ਦੀ ਕਮਾਈ ਕਰਨੀ ਆ। ਜਿਸ ਤਰ੍ਹਾਂ ਗੁਰਬਾਣੀ 'ਚ ਗੁਰੂ ਕਿਹਾ ਨਾ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰੂ ਸਿੱਖ ਗੁਰੂ ਮਨ ਭਾਵੈ। ਸਵਾਸ ਅੰਦਰ ਜਾਂਦਾ ਵਾਹੇ, ਸਵਾਸ ਬਾਹਰ ਆਉਂਦਾ ਗੁਰੂ। ਫਿਰ ਜਿਵੇਂ ਅਸੀਂ ਆਪਣੀ ਆਵਾਜ਼ ਦੇ ਵਿੱਚ, ਧੁਨ ਦੇ ਵਿੱਚ, ਧੁਨ ਮੈਂ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ, ਧੁਨ ਦੇ ਵਿੱਚ ਅਸੀਂ ਅਭਿਆਸ ਕਰਾਂਗੇ, ਰੱਖ ਕੇ ਆਪਣੀ ਆਵਾਜ਼ ਨੂੰ ਸੁਣਾਂਗੇ, ਫਿਰ ਐਵੇਂ ਇਹ ਸਾਡੇ ਮਨ ਦੇ ਉੱਤੇ ਵਿਚਾਰਾਂ ਦੀ ਮੈਲ ਖਤਮ ਹੋਈ ਜਾਊਗੀ। ਸਭ ਤੋਂ ਪਹਿਲਾਂ ਅਸੀਂ ਬੈਖਰੀ ਬਾਣੀ 'ਚ ਅਭਿਆਸ ਕਰਨਾ, ਉੱਚੀ ਅਭਿਆਸ ਕਰਾਂਗੇ, ਕਿਉਂਕਿ ਸਾਡੇ ਮਨ ਜਦੋਂ ਸ਼ਬਦ ਦੀ ਕਮਾਈ ਕਰਨ ਲੱਗਦਾ, ਵਿਚਾਰਾਂ ਦਾ ਲੋਡ ਬਹੁਤ ਵੱਧ ਜਾਂਦਾ। ਇਸ ਕਰਕੇ ਪਹਿਲੀ ਸਟੇਜ ਤੇ ਇਸ ਨੂੰ ਕੁੱਟਣਾ ਪੈਂਦਾ ਸ਼ਬਦ ਦੁਆਰਾ। ਫਿਰ ਅਸੀਂ ਬੈਖਰੀ ਤੋਂ ਮੱਧਮਾ ਸਹਿਜ ਦੇ ਵਿੱਚ, ਮੱਧਮਾ ਤੋਂ ਫਿਰ ਆਪਾਂ ਪਸੰਤੀ ਬਾਣੀ 'ਚ ਆ ਜਾਣਾ। ਫਿਰ ਜਿਵੇਂ ਅਸੀਂ ਸਹਿਜ ਵੱਧੋ ਵੱਧ ਸਹਿਜ ਨਾਲ ਅਭਿਆਸ ਕਰਾਂਗੇ, ਸਹਿਜ ਅਭਿਆਸ ਕਰਾਂਗੇ, ਫਿਰ ਉਹਦੇ ਨਾਲ ਸਾਡਾ ਮਨ ਵੀ ਸਹਿਜ ਹੁੰਦਾ ਜਾਊਗਾ, ਹੁੰਦਾ ਜਾਊਗਾ। ਇਹ ਪੰਜ ਵੀ ਸਾਡੇ ਮਨ ਦਾ ਖਹਿੜਾ ਛੱਡ ਦੇਣਗੇ। ਇਹਨਾਂ ਵਿਚਾਰਾਂ ਤੋਂ ਸਾਡਾ ਮਨ ਪਾਸਾ ਵਟ ਜਾਊਗਾ, ਕਿਉਂਕਿ ਇਸ ਮਨ ਨੂੰ ਖੁਰਾਕ ਮਿਲਣ ਲੱਗ ਗਈ, ਇਸ ਮਨ ਨੂੰ ਪਾਵਰ ਮਿਲਣ ਲੱਗ ਗਈ, ਮਨ ਨੂੰ ਆਸਰਾ ਮਿਲ ਗਿਆ ਸ਼ਬਦ ਦਾ। ਇਹ ਮਨ ਨੂੰ ਦ੍ਰਿੜ ਕਰ ਰੱਖੀ ਹੈ, ਕਿਉਂ ਸਾਸ ਗਰਾਸ ਵਸਾਰੀ ਹੈ। ਮਨ ਨੂੰ ਸ਼ਬਦ ਦੇ ਨਾਲ ਦ੍ਰਿੜ ਕਰਕੇ ਰੱਖੋ। ਜਿਸ ਤਰ੍ਹਾਂ ਆਪਾਂ ਹੁਣ ਮਨ ਨੂੰ ਨਾ ਪਰਿਵਾਰ ਦੇ ਵਿੱਚ, ਰਿਸ਼ਤੇਦਾਰੀਆਂ ਦੇ ਵਿੱਚ, ਜ਼ਮੀਨਾਂ ਜਾਇਦਾਦਾਂ, ਕਾਮ ਕ੍ਰੋਧ ਲੋਭ ਹੰਕਾਰ ਮਾਇਆ ਦੇ ਵਿਚਾਰਾਂ ਵਿੱਚ ਦ੍ਰਿੜ ਕੀਤਾ ਹੋਇਆ, ਹੁਣ ਆਪਾਂ ਇਹਨਾਂ ਨੂੰ ਇੱਥੇ ਪੱਟ ਕੇ ਮਾਇਆ ਦੇ ਨਾਲ ਜੋੜ ਦੇਣਾ। ਮਾਇਆ, ਵਾਹਿਗੁਰੂ ਮਾਫ ਕਰੇ, ਇਹਨਾਂ ਤੋਂ ਦੂਰ ਕਰਕੇ ਆਪਾਂ ਨੇ ਇਸ ਨੂੰ ਸ਼ਬਦ ਨਾਲ ਜੋੜ ਦੇਣਾ, ਸ਼ਬਦ ਦੇ ਨਾਲ ਦ੍ਰਿੜ ਕਰਨਾ ਹੁਣ ਆਪਾਂ ਮਨ ਨੂੰ। ਜਿਸ ਤਰ੍ਹਾਂ ਆਪਾਂ ਮਾਇਆ ਦ੍ਰਿੜ ਕੀਤੀ ਹੈ ਨਾ 4 ਯੁੱਗਾਂ ਤੋਂ, ਤੇ ਹੁਣ ਆਪਾਂ ਨੂੰ ਸਤਿਗੁਰਾਂ ਨੇ ਪੂਰਨ ਕਿਰਪਾ ਕੀਤੀ ਆ ਸੰਗ ਸਾਧੂ ਦਾ, ਗੁਰਬਾਣੀ ਗੁਰੂ ਦਾ, ਬ੍ਰਹਮ ਦਾ ਭੇਤ ਤੇ ਮਨੁੱਖਾ ਜਮਨ ਤੇ ਸਵਾਸਾਂ ਧਨ ਬਖਸ਼ਿਆ। ਤੇ ਹੁਣ ਆਪਾਂ ਵੱਧੋ ਵੱਧ ਗੁਰਮੰਤਰ ਸ਼ਬਦ ਦੀ ਕਮਾਈ ਕਰਕੇ ਜੋ ਸਾਡੇ ਮਨ ਦੀ ਖੁਰਾਕ ਗੁਰੂ ਸਾਹਿਬ ਨੇ ਅੰਮ੍ਰਿਤ ਰਸ ਰੱਖੀ ਆ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਆ ਭਨੇਹਾਰੀ। ਉਸ ਮਨ ਦੀ ਜੋ ਸਾਡੀ ਖੁਰਾਕ ਆ ਅੰਮ੍ਰਿਤ ਰਸ, ਉਸ ਨੂੰ ਪੀ ਕੇ, ਉਸ ਖੁਰਾਕ ਨੂੰ ਲੈ ਕੇ ਜਦੋਂ ਮਨ ਪਾਵਰ ਦੇ ਵਿੱਚ, ਸ਼ਕਤੀ ਦੇ ਵਿੱਚ ਆਊਗਾ, ਤੇ ਫਿਰ ਉਦੋਂ ਸਾਡੇ ਮਨ ਦੇ ਵਿੱਚ ਪਾਵਰ ਬਣੂਗੀ। ਗੁਰਮੰਤਰ ਦਾ ਅਭਿਆਸ ਕਰਕੇ ਪਾਵਰ ਬਣੂਗੀ। ਫਿਰ ਸਾਡਾ ਮਨ ਇਹਨਾਂ 5 ਚੋਰਾਂ ਤੋਂ ਪਾਸਾ ਵੱਟ ਜਾਊਗਾ, ਇਹ ਸਾਡੇ ਫਿਰ ਵਸ ਆ ਜਾਣਗੇ। ਇਸ ਕਰਕੇ ਵਾਹਿਗੁਰੂ ਜੀ ਆਪਾਂ ਵੱਧ ਤੋਂ ਵੱਧ ਸ਼ਬਦ ਦੀ ਕਮਾਈ ਕਰਨੀ ਆ। ਆਪਾਂ ਸੁਹਾਗਣਾ ਬਣਨਾ ਮਾਲਕ ਦੀਆਂ, ਆਪਣੇ ਪਤੀ ਨਾਲ ਮਿਲਾਪ ਕਰਨਾ। ਸੰਸਾਰ ਦੇ ਵਿੱਚ ਆਪਾਂ ਇਹੀ ਕਰਮ ਕਰਨਾ ਆ, ਹੋਰ ਸਭ ਵਿਅਰਥ ਨੇ, ਹੋਰ ਸਭ ਇੱਥੇ ਰਹਿ ਜਾਣੇ ਨੇ। ਇਸ ਕਰਕੇ ਵਾਹਿਗੁਰੂ ਜੀ ਆਪਾਂ ਵੱਧ ਤੋਂ ਵੱਧ ਸ਼ਬਦ ਦੀ ਕਮਾਈ ਨਾਲ ਜੁੜੀਏ। ਆਕਾਰਾਂ ਦੀ, ਪਸ਼ੂਆਂ, ਪੰਛੀਆਂ, ਰੁੱਖਾਂ ਬਿਰਖਾਂ ਦੀ ਭਗਤੀ ਨੂੰ ਛੱਡ ਕੇ ਉਸ ਨਿਰਾਕਾਰ ਦੀ ਭਗਤੀ ਨਾਲ ਜੁੜੀਏ, ਉਸ ਪ੍ਰਕਾਸ਼ ਰੂਪੀ ਸਤਿਗੁਰ ਨਾਲ ਜੁੜੀਏ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਜੀ ਹਰ ਤੇਰੇ ਨਾਲ ਹੈ, ਗੁਰਮਤੀ ਰੰਗਮਾਨ। ਆਪਾਂ ਇਸ ਕਰਕੇ ਉਸ ਜੋਤ ਸਰੂਪੀ ਮਨ ਨੂੰ ਉਸ ਅਕਾਲ ਪੁਰਖ ਦੇ ਘਰ ਦੇ ਵਿੱਚ ਪ੍ਰਵੇਸ਼ ਕਰਵਾਈਏ, ਆਪਣੇ ਪਤੀ ਪਰਮੇਸ਼ਰ ਦੇ ਨਾਲ ਜਾ ਕੇ ਮਿਲਾਪ ਕਰੀਏ, ਤੇ ਵੱਧੋ ਵੱਧ ਆਪਾਂ ਸ਼ਬਦ ਦੀ ਕਮਾਈ ਕਰੀਏ। ਵਾਹਿਗੁਰੂ ਜੀ ਆਪਾਂ ਸ਼ਬਦ ਨਾਲ ਜੁੜਨਾ। ਤੇ ਇੰਨੀਆਂ ਬੇਨਤੀਆਂ ਸੀ ਵਾਹਿਗੁਰੂ ਜੀ, ਬੇਨਤੀਆਂ ਕਰਦੇ ਆ, ਵਿਚਾਰਾਂ ਕਰਦੇ ਆ, ਇੱਕ ਨਹੀਂ ਕਈ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹੋਣਗੀਆਂ। ਆਪ ਰੱਬ ਰੂਪ ਸੰਗਤ ਬਖਸ਼ਣ ਹਾਰੋ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।